ਵਾਹਿਗੁਰੂ ਸਾਹਿਬ ਜੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਤੂੰ ਠਾਕੁਰ ਤੁਮ ਪੈ ਅਰਦਾਸ ਹੋ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਭੂਖ ਕਨੇਰੇ। ਕੋਇ ਨ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸੁਖਾਉ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਪੰਜਵਾ। ਮੰਗੋ ਰਾਮ ਤੇ ਸਭ ਥੋਕ, ਮਾਨੁਖ ਕੋ ਜਾਚਤ ਸ਼ਰਮ ਪਾਈਐ। ਪ੍ਰਭ ਕੈ ਸਿਮਰਨ ਮੋਖ ਰਹਾਉ, ਕੋਖੇ ਮਨ ਜਨ ਸਿਮਰਤ ਪ੍ਰਾਣਾ। ਬੰਦ ਪੁਕਾਰ ਹੈ ਕੋਖ, ਕਿਰਪਾ ਸਿੰਧ ਸੇਵ ਸੱਚ ਪਾਈਐ। ਦੋਵੈ ਸੁਹੇਲੇ ਲੋਕ, ਮੰਗੋ ਰਾਮ ਤੇ ਸਭ ਥੋਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗਰੀਬ ਨਿਵਾਜ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਸੁਸ਼ੋਭਿਤ ਹੋ ਕਰਕੇ ਸਤਿਗੁਰਾਂ ਦੀ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕਰਕੇ ਮਿਲੇ ਹੋਏ ਇਸ ਮਨੁੱਖਾ ਜਨਮ ਦੇ ਸਮੇਂ ਨੂੰ ਸਫਲਾ ਬਣਾਇਆ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਜੋ ਅੰਮ੍ਰਿਤ ਵੇਲੇ ਅਸੀਂ ਕਥਾ ਦੇ ਰੂਪ ਦੇ ਵਿੱਚ ਸਰਵਣ ਕਰ ਰਹੇ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾ ਕੇ ਬੜੀ ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਪੰਜਵਾ। ਪੰਚਮ ਗੁਰਦੇਵ
ਵੇਦਾਂ ਦੇ ਸਰਤਾਜ, ਬਾਣੀ ਨੂੰ ਰਚਨਹਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਇਹ ਉਪਦੇਸ਼ ਜੋ ਹੈ, ਮੁੱਖ ਵਾਕ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਧਨਾਸਰੀ ਰਾਗ ਦਾ ਇਹ ਸ਼ਬਦ ਮਹਾਰਾਜ ਫਰਮਾਉਂਦੇ ਹਨ, ਮੰਗੋ ਰਾਮ ਤੇ ਸਭ ਥੋਕ। ਸਤਿਗੁਰੂ ਬਖਸ਼ਿਸ਼ ਕਰਦੇ। ਇਹ ਗੁਰੂ ਕਿਹਾ ਸਿੱਖਾ, ਪਹਿਲੀ ਤੇ ਗੱਲ ਹੈ, ਕਿਸੇ ਕੋਲੋਂ ਵੀ ਮੰਗਣਾ ਨਹੀਂ ਚਾਹੀਦਾ, ਕਿਉਂਕਿ ਬਿਨਾਂ ਮੰਗੇ ਤੋਂ ਤੇਰੇ ਕਰਮਾਂ ਵਿੱਚ ਉਸਨੇ ਪਦਾਰਥ ਲਿਖੇ ਆਪਣੇ ਆਪ ਹੀ ਮਿਲ ਜਾਣ, ਕਿਉਂਕਿ ਉਹ ਪ੍ਰਮਾਤਮਾ ਦਿੰਦਾ ਦੇਣ ਵਾਲਾ ਹੈ, ਹਰ ਵੇਲੇ ਦਈ ਜਾ ਰਿਹਾ। ਤੇਰੇ ਜਨਮ ਤੋਂ ਪਹਿਲਾਂ ਤੇਰਾ ਕਰਮ ਲਿਖਿਆ ਗਿਆ, ਜਨਮ ਬਾਅਦ ਵਿੱਚ ਮਿਲਿਆ, ਕਰਮ ਪਹਿਲਾਂ ਲਿਖ ਦਿੱਤਾ ਗਿਆ। ਦੁਨੀਆ ਤੇ ਤੂੰ ਬਾਅਦ ਵਿੱਚ ਆਇਆ, ਤੇਰਾ ਪ੍ਰਬੰਧ ਉਹਨੇ ਸਭ ਤੋਂ ਪਹਿਲਾਂ ਕੀਤਾ। ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦਾ ਜਨਮ ਹੋਇਆ। ਇਹਦਾ ਮਤਲਬ ਜਿਸ ਮਾਂ ਨੇ ਬੱਚੇ ਨੂੰ ਜਨਮ ਦੇਣਾ, ਪਹਿਲਾਂ ਉਹਦਾ ਪ੍ਰਬੰਧ ਕੀਤਾ ਪ੍ਰਮਾਤਮਾ ਨੇ, ਬਾਪ ਦਾ ਪ੍ਰਬੰਧ ਕੀਤਾ, ਫਿਰ ਅੱਗੇ ਜਾ ਕੇ ਸੰਤਾਨ ਪੈਦਾ ਹੋਈ, ਫਿਰ ਉਹਨਾਂ ਦੇ ਰਹਿਣ ਸਹਿਣ ਔਰ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ। ਪਹਿਲਾ ਬਚਨ ਤੇ ਹੈ ਵੀ ਤੈਨੂੰ ਕਿਤਿਓਂ ਵੀ ਨਹੀਂ ਮੰਗਣਾ ਚਾਹੀਦਾ, ਬਿਨਾਂ ਮੰਗਣ ਤੋਂ ਤੇਰੇ ਕਰਮਾਂ 'ਚ ਜੋ ਲਿਖਿਆ ਉਹ ਤੈਨੂੰ ਮਿਲ ਜਾਏਗਾ। ਤੇ ਦੂਜਾ ਬਚਨ ਮਹਾਰਾਜ ਕਹਿਣ ਲੱਗੇ, ਜੇ ਫਿਰ ਵੀ ਮੰਗਣਾ ਚਾਹਣਾ ਹੀ ਹੈ ਨਾ, ਵੀ ਮੰਗ ਹੀ ਲਵਾਂ, ਕੁਝ ਨਾ ਕੁਝ ਆਦਤ ਪਈ ਹੈ ਮੰਗਣ ਦੀ, ਤੇ ਫਿਰ ਪਰਮੇਸ਼ਰ ਤੋਂ ਹੀ ਮੰਗ, ਉਹਦੇ ਤੋਂ ਬਿਨਾਂ ਫਿਰ ਕਿਸੇ ਹੋਰ ਤੋਂ ਮੰਗ ਵੀ ਨਾ, ਕਿ ਪਰਮੇਸ਼ਰ ਨੇ ਕਰਮ ਲਿਖਿਆ। ਜੇ ਕਰਮਾਂ ਤੋਂ ਵੱਧ ਕੇ ਕੁਝ ਮੰਗਣਾ ਚਾਹਣਾ, ਕੁਝ ਲੈਣਾ ਚਾਹਣਾ, ਤੇ ਫਿਰ ਉਹਦੇ ਕੋਲੋਂ ਮੰਗ ਜਿਹਨੇ ਪਹਿਲਾਂ ਲਿਖਿਆ। ਮਾਨੋ ਕੀ ਟੇਕ ਬਿਰਸੀ ਸਭ ਜਾਣ ਦੇਵਨ ਕੋ, ਵਚਨ ਹੈ ਨਾ ਮਹਾਰਾਜ ਜੀਆਂ ਦਾ। ਹੁਣ ਇੱਕ ਵਿਅਕਤੀ ਸਾਨੂੰ ਸਾਰੀ ਉਮਰ ਦੇਵੇ, ਹਰੇਕ ਵਸਤੂ ਦੇ ਦੇਵੇ, ਉਹਨੂੰ ਛੱਡ ਕੇ ਅਸੀਂ ਕੋਈ ਇੱਕ ਅੱਧਾ ਪਦਾਰਥ ਕਿਸੇ ਹੋਰ ਕੋਲੋਂ ਮੰਗ ਲਿਆਈਏ ਵੀ ਤੂੰ ਇੱਧਰੋਂ ਸਾਡੀ ਆਹ ਮਦਦ ਕਰ ਦੇ, ਤੇ ਫਿਰ ਉਹ ਜਿਹੜਾ ਸਾਨੂੰ ਸਾਰੀ ਉਮਰ ਦੇਣ ਵਾਲਾ ਉਹ ਨਾਰਾਜ਼ ਹੋ ਜਾਏਗਾ ਨਾ, ਵੀ ਸਾਰੀ ਉਮਰ ਤੈਨੂੰ ਮੈਂ ਦਿੰਦਾ ਰਿਹਾ, ਮੈਂ ਦੇ ਵੀ ਰਿਹਾ, ਅੱਜ ਇਹਨੂੰ ਇੱਕ ਪਦਾਰਥ ਦੀ ਲੋੜ ਪੈ ਗਈ ਹੈ, ਮੈਨੂੰ ਛੱਡ ਕੇ ਇਹਨੇ ਕਿਸੇ ਹੋਰ ਦਾ ਦਰਵਾਜ਼ਾ ਜਾ ਮੱਲਿਆ। ਪਰਮਾਤਮਾ ਤੈਨੂੰ ਤਾਂ ਉਮਰ ਬਖਸ਼ਿਸ਼ਾਂ ਦੇਣ ਵਾਲਾ ਹੈ। ਜੇ ਤੈਨੂੰ ਕੋਈ ਲੋੜ ਹੈ ਤੇ ਮੰਗਣਾ ਫਿਰ ਉਹਦੇ ਕੋਲੋਂ ਹੀ ਮੰਗਣਾ ਜਿਹਨੇ ਤੈਨੂੰ ਪਹਿਲਾਂ ਸਭ ਕੁਝ ਦਿੱਤਾ ਹੋਇਆ। ਬੀਬੀ ਸੁਲੱਖਣੀ ਦੀ ਆਪਾਂ ਸਾਖੀ ਸਰਵਣ ਕਰਦੇ ਨੇ, ਉਹਨੇ ਬਚਨ ਇਹੋ ਹੀ ਆਖੇ ਸਨ, ਮਹਾਰਾਜ ਉੱਥੇ ਵੀ ਤੁਸੀਂ ਦੇਣ ਵਾਲੇ, ਇੱਥੇ ਵੀ ਤੁਸੀਂ ਦੇਣ ਵਾਲੇ, ਮੈਂ ਤੁਹਾਨੂੰ ਛੱਡ ਕੇ ਤੇ ਹੋਰ ਕੀ। ਸਤਿਗੁਰੂ ਇਹ ਬਚਨ ਸੁਣ ਕੇ ਫਿਰ ਖੁਸ਼ ਹੋਏ ਸਨ, ਠੀਕ ਹੈ, ਜੇ ਤੇਰੀ ਇਹ ਭਾਵਨਾ ਤੇ ਮਿਲ ਜਾਣਗੇ ਪਦਾਰਥ। ਭਗਤਾਂ ਨੇ ਆਖਿਆ, ਦਾਲ ਸੀਧਾ ਮੰਗੋ ਘਿਓ, ਤੇ ਮੰਗੋ ਤੋਂ ਭਾਵ ਮੰਗਣਾ ਹੀ ਹੈ ਨਾ, ਮੰਗਦੇ ਪਿਆ ਪਰਮਾਤਮਾ, ਪਰ ਮੰਗਦੇ ਤੇਰੇ ਕੋਲੋਂ ਹੀ ਆ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ, ਗੋਪਾਲ ਤੇਰਾ ਆਰਤਾ। ਮੰਗਿਆ ਕਿਹਦੇ ਕੋਲ ਹੈ? ਪਰਮਾਤਮਾ ਕੋਲ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਹਿਲੀ ਤੇ ਗੱਲ ਮੰਗੀ ਕੁਝ ਨਾ, ਜੋ ਦਿੰਦਾ ਪਿਆ ਉਹਦੇ ਸ਼ੁਕਰ ਵਿੱਚ ਰਾਜੀ ਰਹਿ। ਜੇ ਮੰਗਣ ਦੀ ਜ਼ਰੂਰਤ ਪੈ ਵੀ ਗਈ ਹੈ ਤੇ ਫਿਰ ਮੰਗੋ ਰਾਮ ਤੇ, ਰਾਮ ਤੋਂ ਮੰਗ, ਜਿਹੜਾ ਰਮਿਆ ਹੋਇਆ ਪਰਮਾਤਮਾ ਉਹਦੇ ਕੋਲੋਂ ਮੰਗ। ਤੇ ਕੀ ਮੰਗਦਾ ਪਿਆ? ਸਭ ਥੋਕ, ਥੋਕ ਨਾਮ ਗੁਰਮੁਖੋ ਪਦਾਰਥ, ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ। ਬਚਨ ਪੜ੍ਹਦੇ ਆ ਨਾ, ਥੋਕ ਨਾਮ ਪਦਾਰਥਾਂ ਦਾ ਹੀ ਹੈ, ਸਾਰੇ ਪਦਾਰਥ, ਤਮਾਮ ਪਦਾਰਥ ਜਿੰਨੇ ਵੀ ਨੇ। ਦੂਧ ਪੂਤ ਨੂਤ ਚਾਹੇ ਭਲੀ ਕਰ ਤੂਤ, ਚਾਹੇ ਆਰਜਾ ਰੋਕੋ। ਕਿਸੇ ਨੂੰ ਦੁੱਧ ਚਾਹੀਦਾ, ਪੁੱਤ ਚਾਹੀਦਾ, ਕੋਈ ਆਂਦਾ ਮੇਰੀ ਵਡਿਆਈ ਹੋਵੇ, ਕੋਈ ਆਂਦਾ ਮੈਨੂੰ ਤੰਦਰੁਸਤੀ ਮਿਲੇ, ਮੈਂ ਸਦਾ ਹੀ ਤੰਦਰੁਸਤ ਰਵਾਂ, ਬਿਮਾਰ ਨਾ ਹੋਵਾਂ। ਦੂਧ ਪੂਤ ਨੂਤ ਚਾਹੇ ਭਲੀ ਕਰਤੂਤ, ਚਾਹੇ ਮੈਂ ਚੰਗੇ ਚੰਗੇ ਕੰਮ ਕਰਾਂ, ਦੁਨੀਆ ਆਖੇ ਵੀ ਵਾਹ ਇਹ ਬੜਾ ਪਰਉਪਕਾਰੀ, ਬੜਾ ਚੰਗਾ, ਪਰ ਇਹ ਭਲੇ ਦੇ ਕੰਮ ਵੀ ਤੇ ਤਾਂ ਹੀ ਹੋਣਗੇ ਨਾ ਜੇ ਮਹਾਰਾਜ ਤੁਸੀਂ ਕਿਰਪਾ ਕਰੋ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਵੀ ਪਦਾਰਥ ਗੁਰਮੁਖਾ ਮੰਗੇਗਾ ਨਾ ਉਹ ਤੈਨੂੰ ਤੇਰਾ ਗੁਰੂ ਦੇਵੇਗਾ, ਪਰਮੇਸ਼ਰ ਦੇਵੇਗਾ। ਮੰਗੋ ਰਾਮ ਤੇ ਸਭ ਥੋਕ। ਥੋਕ ਪਦਾਰਥ ਜੇ ਮੰਗਣੇ ਚਾਹਣਾ, ਲੈਣੇ ਚਾਹਣਾ ਤੇ ਰਾਮ ਕੋਲੋਂ ਲੈ, ਪਰਮਾਤਮਾ ਕੋਲੋਂ ਲੈਣਾ ਕਰ। ਮਨ ਕੋ ਜਾਤ ਸ਼ਰਮ ਪਾਈਏ। ਜਦੋਂ ਬੰਦੇ ਕੋਲੋਂ ਮੰਗੀਦਾ ਨਾ, ਸਾਰੀ ਉਮਰ ਬੰਦਾ ਮੰਗਦਾ ਰਹਿੰਦਾ ਤੇ ਦੇਣ ਵਾਲਾ ਲਾਰੇ ਲਾਈ ਜਾਂਦਾ, ਤੇ ਫਿਰ ਜਾ ਕੇ ਕਿਤੇ ਥੋੜਾ ਬਹੁਤਾ ਦੇ ਵੀ ਦਿੱਤਾ। ਕੁੱਤਾ ਰੱਖਿਆ ਨਾ ਘਰ ਦੇ ਵਿੱਚ, ਕੁੱਤਾ ਬੈਠਾ ਮੰਜੇ ਦੇ ਸਾਹਮਣੇ, ਬੰਦਾ ਰੋਟੀ ਖਾਂਦਾ, ਜਿੰਨੀ ਵਾਰੀ ਗਰਾਈ ਤੋੜ ਕੇ ਮੂੰਹ ਨੂੰ ਪਾਈ ਹੈ ਕੁੱਤਾ ਉਨੀ ਵਾਰੀ ਮੂੰਹ ਤੱਕਦਾ ਆ ਕੇ ਵੀ ਹੁਣ ਮੈਨੂੰ ਬੁਰਕੀ ਪਵੇਗੀ, ਹੁਣ ਮੈਨੂੰ ਬੁਰਕੀ ਪਵੇਗੀ। ਪਰ ਪ੍ਰਸ਼ਾਦਾ ਰੋਟੀ ਖਾਣ ਵਾਲਾ ਸਾਰੀ ਖਾ ਜਾਂਦਾ, ਖਾਣ ਤੋਂ ਮਗਰੋਂ ਇੱਕ ਅੱਧੀ ਬੁਰਕੀ ਉਹਦੇ ਅੱਗੇ ਸੁੱਟ ਦਿੰਦਾ। ਵਿਚਾਰਾ ਤੱਕਦਾ ਕਿੰਨਾ ਚਿਰ ਰਿਹਾ, ਵੇਖਦਾ ਕਿੰਨਾ ਚਿਰ ਰਿਹਾ, ਪਰ ਮਿਲੀ ਇੱਕ ਬੁਰਕੀ ਹੈ। ਸਤਿਗੁਰੂ ਕਹਿਣ ਲੱਗੇ ਇਸੇ ਤਰ੍ਹਾਂ ਮੰਗਦਾ ਬੰਦੇ ਕੋਲੋਂ ਹੈ, ਵਾਰ-ਵਾਰ ਉਹਦਾ ਮੂੰਹ ਤੱਕਦਾ, ਵਾਰ-ਵਾਰ ਉਹਦੇ ਅੱਗੇ ਹੱਥ ਅੱਡਦਾ, ਦੇ ਕੁਝ, ਦੇ ਕੁਝ, ਅੱਜ ਦੇ ਦਿਆਂਗਾ, ਕੱਲ ਦੇ ਦਿਆਂਗਾ, ਫਿਰ ਦੇ ਦਿਆਂਗਾ, ਹੁਣ ਹੈ ਨਹੀਂ ਕੋਲ, ਕਰਦਿਆਂ ਬੜਾ ਦੁਖੀ ਹੋ ਜਾਂਦਾ, ਤੇ ਫਿਰ ਮਿਲਦਾ ਤੇ ਬਾਅਦ ਵਿੱਚ ਥੋੜਾ ਜਿਹਾ ਹੀ ਹੈ। ਮਹਾਰਾਜ ਕਹਿਣ ਲੱਗੇ ਮਾਨਵ ਕੋ ਜਾਤਤ ਸ਼ਰਮ ਪਾਈਐ। ਸ਼ਰਮ ਤੋਂ ਭਾਵ ਹੁੰਦਾ ਵੀ ਦੁਖੀ ਹੋ ਜਾਣਾ। ਬੰਦੇ ਕੋਲੋਂ ਇੱਕ ਵਾਰੀ ਮੰਗਿਆ ਗੱਲ ਬਣੇਗੀ ਵੀ ਨਹੀਂ ਨਾ, ਕਿਉਂਕਿ ਕਈ ਵਾਰੀ ਮੰਗਣਾ ਪਵੇਗਾ, ਦੇ ਕਿੰਨਾ ਕੁ ਦੇਵੇਗਾ। ਇਸ ਕਰਕੇ ਬੰਦੇ ਕੋਲੋਂ ਮੰਗਿਆ ਦੁਖੀ ਹੋ ਜਾਈਦਾ। ਤੇ ਸ਼ਰਮ ਤੋਂ ਭਾਵ ਹੁੰਦਾ ਵੀ ਥੱਕ ਵੀ ਜਾਈਦਾ। ਖਲੋਤਿਆਂ ਥੱਕ ਗਏ, ਅਗਲੇ ਦਾ ਕੰਮ ਕਰਦਿਆਂ ਥੱਕ ਗਏ, ਅਗਲੇ ਦੀ ਚਾਹ ਪਲੂਸੀ ਕਰਦਿਆਂ ਥੱਕ ਵੀ ਗਏ ਔਰ ਦੁਖੀ ਵੀ ਹੋ ਗਏ, ਪਰ ਜਿੰਨਾ ਕੁਝ ਮੰਗਿਆ ਓਨਾ ਮਿਲਿਆ ਨਹੀਂ। ਸਤਿਗੁਰੂ ਫਰਮਾਉਂਦੇ ਨੇ ਪ੍ਰਭ ਕੈ ਸਿਮਰਨ ਮੋਖ। ਪਰ ਜੇ ਇਹੋ ਹੀ ਚੀਜ਼ਾਂ ਤੂੰ ਪ੍ਰਮਾਤਮਾ ਦਾ ਨਾਮ ਜਪ ਕੇ ਮੰਗੇਗਾ, ਕਿਉਂਕਿ ਪ੍ਰਮਾਤਮਾ ਦਾ ਨਾਮ ਜਪਣਾ ਪਵੇਗਾ ਨਾ, ਨਾਮ ਜਪ ਕੇ ਜੇ ਪ੍ਰਮਾਤਮਾ ਕੋਲੋਂ ਮੰਗੇਗਾ, ਜਿਹੜਾ ਪਦਾਰਥ ਮੰਗਿਆ ਉਹ ਤੇ ਮਿਲ ਜਾਣਾ, ਪਰ ਉਹਦੇ ਨਾਲ ਝੁੰਗਾ ਕੀ ਮਿਲੇਗਾ। ਪਹਿਲਾਂ ਲੋਕੀ ਹੱਟੀਆਂ ਤੇ ਜਾਂਦੇ ਨਾ, ਦੁਕਾਨਾਂ ਤੇ ਸਮਾਨ ਲੈਣ ਵਾਸਤੇ, ਕਰਿਆਨਾ ਖਰੀਦਦੇ, ਜਦੋਂ ਸਾਰਾ ਸਮਾਨ ਖਰੀਦ ਕੇ ਬੋਰੇ ਵਿੱਚ ਪਾ ਲੈਣਾ, ਪੈਸਿਆਂ ਦਾ ਹਿਸਾਬ ਕਿਤਾਬ ਹੋ ਜਾਣਾ, ਤੇ ਜਦੋਂ ਗ੍ਰਾਹਕ ਨੇ ਚੱਲਣ ਲੱਗਣਾ ਨਾ ਦੁਕਾਨ ਤੋਂ, ਤੇ ਬਾਣੀਏ ਨੇ ਥੋੜਾ ਜਿਹਾ ਕੋਈ ਟਾਂਗਰ ਭੁਜੀਆ ਵਗੈਰਾ ਪਾ ਕੇ ਕਿਸੇ ਲਿਫਾਫੇ 'ਚ ਦੇ ਦੇਣਾ, ਇਹ ਝੂੰਗਾ, ਇਹ ਫ੍ਰੀ ਹੈ, ਨਾਲ ਲੈ ਜਾ, ਬੱਚੇ ਖਾ ਲੈਣਗੇ। ਪਰਮਾਤਮਾ ਦਾ ਸਿਮਰਨ ਕੀਤਿਆਂ ਪਦਾਰਥ ਤੇ ਮਿਲ ਜਾਣਗੇ, ਪਦਾਰਥਾਂ ਦੇ ਨਾਲ ਉਹ ਮੁਕਤੀ ਵੀ ਦੇ ਦੇਵੇਗਾ। ਲੈ ਇਹ ਵੀ ਲੈ ਜਾ, ਵੀ ਤੈਨੂੰ ਫ੍ਰੀ ਦਿੱਤੀ ਨਾਲ। ਜੇਵੜ ਆਪ ਤੇਵੜ ਤੇਰੀ ਦਾਤ। ਜਿੱਡਾ ਵੱਡਾ ਉਹ ਆਪ ਹੈ, ਉਹਦੀਆਂ ਦਾਤਾਂ ਵੀ ਉਨੀਆਂ ਹੀ ਵੱਡੀਆਂ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੰਦੇ ਤੋਂ ਮੰਗਿਆ ਦੁਖੀ ਵੀ ਹੋਵੇਂਗਾ, ਥੱਕ ਵੀ ਜਾਵੇਂਗਾ, ਤੇਰਾ ਢਿੱਡ ਫਿਰ ਵੀ ਨਹੀਂ ਭਰੇਗਾ। ਪਰਮਾਤਮਾ ਤੋਂ ਮੰਗੇਗਾ ਨਾ, ਜਦੋਂ ਉਹਨੂੰ ਯਾਦ ਕਰੇਗਾ ਵੀ ਇਹ ਪਰਮਾਤਮਾ ਮੈਂ ਤੈਨੂੰ ਯਾਦ ਕਰਾਂ ਤੇ ਮੈਨੂੰ ਆਹ ਦਾਤ ਦੇ, ਜਦੋਂ ਉਹਨੂੰ ਯਾਦ ਕਰਕੇ ਮੰਗੇਗਾ, ਉਹ ਪਦਾਰਥ ਤੇ ਦੇਵੇਗਾ, ਪਦਾਰਥਾਂ ਦੇ ਨਾਲ ਉਹ ਮੁਕਤੀ ਵੀ ਦੇ ਦੇਵੇਗਾ। ਦੁਨੀਆ ਵਿੱਚ ਪਦਾਰਥ ਤੇ ਮੰਗ ਲੈਂਦੇ, ਪਰ ਪਦਾਰਥਾਂ ਵਿੱਚ ਡੁੱਬ ਜਾਂਦੇ। ਉਹ ਪਦਾਰਥ ਵੀ ਦੇ ਦਿੰਦਾ, ਪਦਾਰਥਾਂ ਦੇ ਵਿੱਚੋਂ ਮੁਕਤੀ ਵੀ ਦੇ ਦਿੰਦਾ, ਜੁੜਨ ਨਹੀਂ ਦਿੰਦਾ, ਫਸਣ ਨਹੀਂ ਦਿੰਦਾ ਨਾਲ। ਐਸੀ ਉਹ ਕਿਰਪਾ ਕਰਦਾ। ਮਾਨੋ ਕੋ ਜਾਚਤ ਸ਼ਰਮ ਪਾਈ ਹੈ। ਬੰਦੇ ਕੋਲੋਂ ਮੰਗੇਗਾ ਦੁਖੀ ਹੋਵੇਂਗਾ, ਥੱਕ ਜਾਏਗਾ। ਪ੍ਰਭ ਕੈ ਸਿਮਰਨ ਮੋਖ। ਪਰਮਾਤਮਾ ਕੋਲੋਂ ਮੰਗੇਗਾ ਪਦਾਰਥ ਵੀ ਮਿਲੇਗਾ, ਮੁਕਤੀ ਵੀ ਮਿਲੇਗੀ। ਦੋਨੇ ਵਸਤੂਆਂ ਮਿਲ ਜਾਣਗੀਆਂ, ਪਰ ਮਿਲਣਗੀਆਂ ਉਦੋਂ ਜਦੋਂ ਉਹਨੂੰ ਯਾਦ ਕਰੇਗਾ, ਤਾਂ ਉਹ ਦਾਤਾਂ ਦਿੰਦਾ ਹੈ। ਰਹਾਓ ਕੋਖੇ ਮਨ ਜਨ ਸਿਮਰਤ ਪੁਰਾਣਾ। ਗੁਰੂ ਪਾਤਸ਼ਾਹ ਕਹਿਣ ਲੱਗੇ ਹੁਣ ਜਨ ਜਿਹੜੇ ਰਿਖੀ ਮੁਨੀ ਸਾਧੂ ਸੰਤ ਨੇ, ਉਹਨਾਂ ਨੂੰ ਵੀ ਪੁੱਛਿਆ ਜਾ ਕੇ, ਉਹਨਾਂ ਦੀ ਵਿਚਾਰ ਲਈਏ ਵੀ ਤੁਹਾਡਾ ਕੀ ਵਿਚਾਰ ਹੈ, ਤੁਸੀਂ ਵੀ ਵਿਚਾਰ ਦਿਓ। ਉਹਨਾਂ ਨੇ ਵੀ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਕੇ ਆਪਣੇ ਤਜਰਬੇ ਮੁਤਾਬਕ, ਆਪਣੇ ਗਿਆਨ ਦੇ ਮੁਤਾਬਕ ਉਹਨਾਂ ਨੇ ਵੀ ਰਾਏ ਦਿੱਤੀ ਹੈ। ਅੱਗੇ ਬਚਨ ਆ ਗਿਆ ਸਿਮਰਤ ਪੁਰਾਣਾ। 27 ਸਿਮਰਤੀਆਂ, 18 ਪੁਰਾਣ, ਉਹਨਾਂ ਨੂੰ ਵੀ ਚੰਗੀ ਤਰ੍ਹਾਂ ਘੋਖ ਕੇ, ਘੋਖਣ ਤੋਂ ਭਾਵ ਕਿ ਵਾਰ-ਵਾਰ ਪੜ੍ਹਿਆ, ਤਜਰਬਾ ਉਹਨਾਂ ਦੇ ਉੱਪਰ ਲਾਇਆ, ਦੁਬਾਰਾ ਪੜ੍ਹ ਕੇ ਨਿਚੋੜ ਕੱਢਿਆ, ਅਰਕ ਕੱਢਿਆ, ਚੰਗੀ ਤਰ੍ਹਾਂ ਪੜ੍ਹ ਕੇ, ਘੋਖ ਕੇ, ਵਿਚਾਰ ਕੇ,
ਪਾਤਸ਼ਾਹ ਫਰਮਾਉਂਦੇ ਨੇ ਵੇਦ ਪੁਕਾਰਾ ਘੋਖ। ਤੇ ਜਿਹੜੇ ਵੇਦ ਨੇ ਨਾ ਇਹ ਪੜ੍ਹਨੇ ਥੋੜੇ ਔਖੇ ਨੇ, ਸਮਾਂ ਜ਼ਿਆਦਾ ਲੈਂਦੇ। ਕਹਿਣ ਲੱਗੇ ਵੇਦਾਂ ਨੂੰ ਵੀ ਪੜ੍ਹ ਲਿਆ, ਇਹਨਾਂ ਨੂੰ ਵੀ ਚੰਗੀ ਤਰ੍ਹਾਂ ਘੋਖ ਲਿਆ, ਚੰਗੀ ਤਰ੍ਹਾਂ ਵਿਚਾਰ ਲਿਆ ਵੇਦਾਂ ਨੂੰ। ਵੇਦ ਵੀ ਪੁਕਾਰ ਕੇ ਇਹ ਗੱਲ ਕਹਿੰਦੇ ਨੇ, ਸਿਮਰਤੀਆਂ ਵੀ ਇਹ ਗੱਲ ਕਹਿੰਦੀਆਂ ਨੇ, ਸ਼ਾਸਤਰ ਵੀ ਇਹ ਗੱਲ ਕਹਿੰਦੇ ਨੇ, ਔਰ ਸਾਧੂ ਸੰਤ ਮਹਾਤਮਾ ਜਿਹੜੇ ਨੇ ਨਾ ਉਹ ਵੀ ਇਹ ਗੱਲ ਕਹਿੰਦੇ ਨੇ। ਮਹਾਰਾਜ ਕੀ ਕਹਿੰਦੇ ਨੇ? ਆਪ ਜੀ ਨੇ ਬਚਨ ਕਹਿ ਦਿੱਤਾ ਵੀ ਸਿਮਰਤੀਆਂ ਸ਼ਾਸਤਰ ਕਹਿੰਦੇ ਨੇ, ਵੇਦ ਵੀ ਕਹਿੰਦੇ ਨੇ, ਰਿਸ਼ੀ ਮੁਨੀ ਸਾਧੂ ਸੰਤ ਵੀ ਕਹਿੰਦੇ ਨੇ, ਇਹਨਾਂ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਿਆ ਕਹਿੰਦੇ ਨੇ। ਪਰ ਮਹਾਰਾਜ ਕਹਿੰਦੇ ਕੀ ਨੇ ਇਹ ਤੇ ਸਾਨੂੰ ਪਤਾ ਨਹੀਂ ਲੱਗਾ, ਇਹ ਵੀ ਦੱਸੋ ਨਾ ਕਿਰਪਾ ਕਰਕੇ ਵੀ ਇਹਨਾਂ ਨੇ ਆਖਿਆ ਕੀ ਹੈ। ਪਾਤਸ਼ਾਹ ਫਰਮਾਉਂਦੇ ਨੇ ਕਿਰਪਾ ਸਿੰਧ ਸੇਵ ਸੱਚ ਪਾਈਐ। ਇਹ ਕਹਿੰਦੇ ਨੇ ਵੀ ਕਿਰਪਾ ਦਾ ਸਮੁੰਦਰ ਜਿਹੜਾ ਪ੍ਰਮਾਤਮਾ ਹੈ ਨਾ, ਜਦੋਂ ਉਹਦੀ ਸੇਵਾ ਕਰੇਗਾ ਤੇ ਤੈਨੂੰ ਸੱਚ ਸਰੂਪ ਪ੍ਰਮਾਤਮਾ ਹੀ ਮਿਲ ਜਾਵੇਗਾ। ਰਿਸ਼ੀ ਵੀ ਇਹ ਗੱਲ ਕਹਿੰਦੇ ਨੇ, ਸਿਮਰਤੀਆਂ ਤੇ ਪੁਰਾਣ ਵੀ ਇਹ ਗੱਲ ਕਹਿੰਦੇ ਨੇ, ਵੇਦ ਵੀ ਇਹ ਗੱਲ ਕਹਿੰਦੇ ਨੇ, ਸਾਧੂ ਵੀ ਇਹ ਗੱਲ ਕਹਿੰਦੇ ਨੇ। ਪ੍ਰਮਾਤਮਾ ਦੇ ਸਿਮਰਨ ਨੂੰ ਕਰੇਗਾ ਉਹ ਸੱਚ ਸਰੂਪ ਪ੍ਰਮਾਤਮਾ ਤੈਨੂੰ ਮਿਲ ਜਾਏਗਾ। ਜਦੋਂ ਮਿਲ ਜਾਵੇਗਾ ਫਿਰ ਦਾਤਾਂ ਮਿਲਦੀਆਂ ਹਨ। ਦੋਵੇਂ ਸੁਹੇਲੇ ਲੋਕ ਤੇਰੇ ਦੋਨੇ ਹੀ ਲੋਕ ਸਫਲੇ ਹੋ ਜਾਣਗੇ। ਇਹ ਲੋਕ ਜਿੱਥੇ ਜਨਮ ਲੈ ਕੇ ਆਇਆ, ਇਸ ਨੂੰ ਕਿਹਾ ਜਾਂਦਾ ਮਾਤ ਲੋਕ, ਇਹ ਵੀ ਤੇਰਾ ਸਫਲਾ ਹੋ ਜਾਏਗਾ। ਤੇ ਜਦੋਂ ਤੂੰ ਸਰੀਰ ਛੱਡ ਕੇ ਜਾਣਾ ਰੱਬ ਦੀ ਦਰਗਾਹ ਵਿੱਚ, ਜਿਹਨੂੰ ਕਿਹਾ ਜਾਂਦਾ ਪਰਲੋਕ, ਉਹ ਵੀ ਸਫਲਾ ਹੋ ਜਾਵੇ। ਦੋਵੇਂ ਥਾਵ ਰੱਖੇ ਗੁਰ ਸੂਰੇ, ਗੁਰੂ ਪਾਤਸ਼ਾਹ ਦੋਵਾਂ ਥਾਵਾਂ ਤੇ ਰੱਖ ਲੈਂਦਾ, ਇੱਥੇ ਵੀ ਹੱਥ ਦੇ ਕੇ ਤੇ ਉੱਥੇ ਵੀ, ਜਿੱਥੇ ਸਰੀਰ ਛੱਡ ਕੇ ਜਾਣਾ। ਸਿਮਰਤੀਆਂ ਤੇ ਸ਼ਾਸਤਰ ਤੇ ਪੁਰਾਣ ਤੇ ਸਾਧੂ ਵੀ ਇਹ ਗੱਲ ਕਹਿੰਦੇ ਨੇ, ਰੱਬ ਦਾ ਸਿਮਰਨ ਕਰ, ਦੋਨਾਂ ਲੋਕਾਂ ਵਿੱਚ ਸੁਖੀ ਹੋ ਜਾਵੇਂਗਾ। ਇੱਥੇ ਵੀ ਸੁਖ ਮਿਲਣਗੇ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਆਗੈ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਆਗਿਆ ਜਦੋਂ ਸਰੀਰ ਛੱਡ ਕੇ ਜਾਣਾ ਨਾ ਪਰਲੋਕ ਨੂੰ, ਉੱਥੇ ਵੀ ਸੁੱਖ, ਪਹਿਲਾਂ ਹੀ ਸਭ ਤਿਆਰੀਆਂ, ਪਹਿਲਾਂ ਹੀ ਸਭ ਆਨੰਦ ਵਾਲੀਆਂ ਵਸਤੂਆਂ ਉੱਥੇ ਵੀ ਮਿਲ ਜਾਣੀਆਂ। ਤੇ ਪਾਛੈ ਇਸ ਲੋਕ ਦੇ ਵਿੱਚ ਵੀ ਆਨੰਦ ਬਣਿਆ ਰਹਿਣਾ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਗੱਲ ਸਿਮਰਤੀਆਂ ਕਹਿ ਰਹੀਆਂ ਨੇ, ਸ਼ਾਸਤਰ ਕਹਿ ਰਹੇ ਨੇ, ਵੇਦ ਕਹਿ ਰਹੇ ਨੇ, ਰੱਬ ਦੇ ਨਾਮ ਜਪਣ ਵਾਲੇ ਸਾਧੂ ਵੀ ਕਹਿ ਰਹੇ। ਕਿਉਂਕਿ ਸਾਧੂ ਝੂਠ ਨਹੀਂ ਨਾ ਬੋਲਦਾ, ਤੇ ਗ੍ਰੰਥ ਵੀ ਗੁਰਮੁਖੋ ਝੂਠ ਨਹੀਂ ਜੇ ਬੋਲਦਾ। ਗ੍ਰੰਥ ਵਿੱਚ ਜੋ ਲਿਖਿਆ ਹੁੰਦਾ ਨਾ ਉਹ ਸੱਚ ਹੀ ਹੈ। ਕਹਿਣ ਲੱਗੇ ਨਾ ਗ੍ਰੰਥਾਂ ਨੇ ਝੂਠ ਬੋਲਿਆ, ਨਾ ਸਾਧੂਆਂ ਨੇ ਝੂਠ ਬੋਲਿਆ, ਸਭ ਨੇ ਇਹ ਗੱਲ ਆਖੀ ਹੈ ਰੱਬ ਦਾ ਸਿਮਰਨ ਕਰ, ਉਹਨੂੰ ਪਾ ਵੀ ਲਵੇਂਗਾ, ਤੇਰੇ ਦੋਨੇ ਲੋਕ ਤੇ ਪਰਲੋਕ ਵੀ ਸਫਲੇ ਹੋ ਜਾਣਗੇ, ਦੋਨਾਂ ਵਿੱਚ ਤੈਨੂੰ ਸੁੱਖ ਮਿਲੇਗਾ। ਐਸੀਆਂ ਦਾਤਾਂ ਮਿਲਦੀਆਂ ਹਨ। ਆਨ ਆਚਾਰ ਵਿਹਾਰ ਹੈ ਜੇਤੇ। ਰੱਬ ਦੇ ਨਾਮ ਤੋਂ ਬਿਨਾ ਜਿੰਨੇ ਵੀ ਆਚਾਰ ਕਹੀਏ ਕਰਤੱਵ ਨੇ, ਤੇ ਵਿਵਹਾਰ ਜਿੰਨੇ ਵੀ ਕੰਮ ਨੇ, ਇੱਕ ਰੱਬ ਦਾ ਨਾਮ ਨਹੀਂ ਜਪਿਆ, ਉਹਦੇ ਤੋਂ ਬਿਨਾ ਜਿੰਨੇ ਵੀ ਕਰਤੱਵ ਕੀਤੇ, ਜਿੰਨੇ ਵੀ ਆਚਾਰ ਕੀਤੇ, ਕੰਮ ਵੀ ਕਰ ਲੈ, ਵਿਵਹਾਰ ਵੀ ਕਰ ਲੈ, ਵਪਾਰ ਵੀ ਕਰ ਲੈ, ਲੋਕਾਚਾਰੀ ਵੀ ਕਰ ਲਈ, ਚੰਗੇ ਮਾੜੇ ਥਾਂ ਨੂੰ ਵੇਖ ਲਿਆ, ਰੱਬ ਦੇ ਨਾਮ ਤੋਂ ਬਿਨਾ ਜੋ ਕੁਝ ਵੀ ਕੀਤਾ ਹੈ। ਬਿਨ ਹਰ ਸਿਮਰਨ ਫੋਕ। ਰੱਬ ਦੇ ਸਿਮਰਨ ਤੋਂ ਬਿਨਾ ਸਭ ਫੋਕੇ ਨੇ, ਸਭ ਖਾਲੀ ਨੇ, ਕੁਝ ਨਹੀਂ ਇਹਨਾਂ ਦਾ ਵਟਿਆ ਜਾਣਾ। ਝੋਨੇ ਦੇ ਵਿੱਚੋਂ ਚੌਲ ਨੂੰ ਵੱਖਰਾ ਕਰ ਲਿਆ, ਮਗਰ ਰਹਿ ਗਿਆ ਉਹਦੀ ਫੱਕ ਰਹਿ ਗਈ ਹੈ, ਛਿਲਕਾ ਹੀ ਰਹਿ ਗਿਆ। ਛਿਲਕਾ ਕੀ ਕੰਮ ਆਵੇਗਾ? ਕਿਸੇ ਕੰਮ ਨਹੀਂ ਆਵੇਗਾ। ਸਗੋਂ ਛਿਲਕੇ ਦੇ ਕਰਕੇ ਚੌਲਾਂ ਨੂੰ ਵੀ ਮਾਰ ਪੈਂਦੀ ਹੈ। ਮਹਾਰਾਜ ਜੀਆਂ ਦਾ ਬਚਨ ਨਾ, ਕਬੀਰ ਚਾਵਲ ਕਾਰਨੇ ਤੁਖ ਕੋ ਬੋਹਲੀ ਲਾਏ, ਸੰਗ ਕੋ ਸੰਗੀ ਬੈਸਤੇ ਤਾ ਪੁੱਛੇ ਧਰਮ ਰਾਏ। ਪਰਮਾਤਮਾ ਦੇ ਨਾਮ ਤੋਂ ਬਿਨਾ ਜਿਹੜੇ ਤੂੰ ਕੰਮ ਕਰਦਾ ਪਿਆ, ਜਿਨ੍ਹਾਂ ਸਾਕ ਸੰਬੰਧੀਆਂ ਨਾਲ ਰਹਿੰਦਾ ਪਿਆ, ਜਿਨ੍ਹਾਂ ਰਿਸ਼ਤੇਦਾਰਾਂ ਨਾਲ ਰਹਿੰਦਾ ਪਿਆ, ਜਿਨ੍ਹਾਂ ਦੋਸਤਾਂ ਮਿੱਤਰਾਂ ਦੇ ਵਿੱਚ ਰਹਿਣਾ, ਉਹਨਾਂ ਦੇ ਆਖੇ ਲਾ ਕੇ ਆਪਣੇ ਫੈਸਲੇ ਲੈਂਦਾ, ਉਹਨਾਂ ਨੂੰ ਤੇ ਮਾਰ ਪੈਣੀ ਹੈ, ਉਹਨਾਂ ਦੇ ਨਾਲ ਨਾਲ ਤੈਨੂੰ ਵੀ ਪੈ ਜਾਣੀ ਹੈ। ਕਿਉਂਕਿ ਸੰਗਤ ਉਹਨਾਂ ਦੀ ਕੀਤੀ ਹੈ ਨਾ, ਜਿਹੋ ਜਿਹੀ ਸੰਗਤ ਉਹੋ ਜਿਹਾ ਰੰਗ ਚੜ੍ਹੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਰੱਬ ਦੇ ਨਾਮ ਤੋਂ ਬਿਨਾ ਜਿੰਨੇ ਵੀ ਕੰਮ ਕੀਤੇ ਸਭ ਫੋਕੇ ਨੇ, ਸਭ ਖਾਲੀ ਨੇ, ਕੁਝ ਨਹੀਂ ਵਟਿਆ ਜਾਣਾ।
ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ। ਤੇਰਾ ਕਿਤੇ ਨਾ ਕਾਮ। ਨਿਤਨੇਮ ਕਰਨ ਤੋਂ ਭਾਵ ਇਹ ਨਹੀਂ ਹੁੰਦਾ ਵੀ ਬਸ ਗੁਰਬਾਣੀ ਨੂੰ ਫੜ ਲਿਆ ਹੱਥ ਵਿੱਚ, ਗੁਟਕਾ ਸਾਹਿਬ ਤੇ ਪੜ੍ਹ ਕੇ 2-4-10 ਮਿੰਟਾਂ 'ਚ ਤੇ ਪਰੇ ਚਲੇ ਗਏ। ਗੁਰਬਾਣੀ ਕੀ ਕਹਿੰਦੀ ਪਈ ਹੈ ਉਹਦੇ ਉੱਪਰ ਅਮਲ ਕਰਨਾ ਹੈ, ਗੱਲ ਤਾਂ ਮੰਨੀ। ਕੇਵਲ ਪੜ੍ਹਦਾ ਰਿਹਾ, ਪੜ੍ਹ ਕੇ ਤੇ ਬੜੇ ਗ੍ਰੰਥ ਪੜ੍ਹ ਲੈ। ਮਹਾਰਾਜ ਕਹਿਣ ਲੱਗੇ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਐ ਸਾਥ। ਗੱਡੇ ਲੱਦ ਲੈ, ਸਾਥ ਲੱਦ ਲੈ, ਊਠ ਲੱਦ ਲੈ ਗ੍ਰੰਥਾਂ ਦੇ। ਪਰ ਗ੍ਰੰਥ ਇੰਨੇ ਇਕੱਠੇ ਕੀਤੇ ਆ, ਮਿਲਣਾ ਕੀ ਹੈ? ਮਿਲਣਾ ਤੇ ਤਾਂ ਵੀ ਉਹਨੂੰ ਪਹਿਲਾਂ ਵਿਚਾਰਨਾ ਪੈਣਾ ਵੀ ਇਹ ਕਹਿੰਦਾ ਕੀ ਪਿਆ, ਉਹਦੇ ਉੱਤੇ ਅਮਲ ਕਰਨਾ ਪੈਣਾ। ਗ੍ਰੰਥ ਪੜ੍ਹਦਾ ਤੇ ਪਿਆ, ਸਿਮਰਤੀਆਂ ਸ਼ਾਸਤਰ ਪੜ੍ਹਦਾ ਤੇ ਪਿਆ, ਡਿਗਰੀਆਂ ਕਰਦਾ ਤੇ ਪਿਆ, ਗੁਰਬਾਣੀ ਪੜ੍ਹਦਾ ਤੇ ਪਿਆ। ਗੁਰਬਾਣੀ ਕਹਿੰਦੀ ਕੀ ਹੈ ਉਹਦੇ ਉੱਪਰ ਨਹੀਂ ਚੱਲਦਾ, ਅਮਲ ਨਹੀਂ ਕਰਦਾ। ਇਹ ਗੱਲ ਜ਼ਰੂਰ ਕਰਦਾ ਹਾਂ, ਗੁਰਬਾਣੀ ਵਿੱਚ ਇਹ ਗੱਲ ਬੜੀ ਸੱਚੀ ਲਿਖੀ ਹੈ, ਪਰ ਵੇਖੋ ਦੁਨੀਆ ਨਹੀਂ ਕਰਦੀ, ਦੁਨੀਆ ਨਹੀਂ ਕਰਦੀ। ਪਰ ਜਿਹੜਾ ਇਹ ਗੱਲ ਕਹਿੰਦਾ ਪਿਆ ਵੀ ਦੁਨੀਆ ਨਹੀਂ ਕਰਦੀ, ਉਹਨੂੰ ਪੁੱਛਿਆ ਜਾਵੇ ਵੀ ਤੂੰ ਕਰਦਾ ਪਿਆ? ਕਰਦਾ ਤੇ ਤੂੰ ਵੀ ਨਹੀਂ ਪਿਆ, ਤੂੰ ਵੀ ਤੇ ਦੁਨੀਆ ਵਿੱਚੋਂ ਹੀ ਆ ਨਾ, ਤੇਰੇ ਨਾਲ ਹੀ ਦੁਨੀਆ ਬਣੀ ਹੈ। ਕਰਦਾ ਤੂੰ ਆਪ ਨਹੀਂ, ਤੰਜ ਦੂਜਿਆਂ ਤੇ ਕੱਸਦਾ ਪਿਆ। ਗੁਰਬਾਣੀ ਨੂੰ ਪੜ੍ਹਦਾ ਜ਼ਰੂਰ ਹੈ ਪਰ ਵਿਚਾਰਦਾ ਕੋਈ ਨਹੀਂ। ਸੰਧਿਆ ਵੇਲੇ ਮਹਾਰਾਜ ਬਚਨ ਕਰਦੇ, ਭਾਈ ਪ੍ਰਾਪਤ ਮਨੁੱਖ ਦੇਹੁਰੀਆ, ਇਹ ਤੈਨੂੰ ਮਨੁੱਖਾ ਦੇਹੁਰੀ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ। ਗੋਬਿੰਦ ਮਿਲਣ ਕੀ ਇਹ ਹੈ ਤੇਰੀ ਬਰੀਆ, ਇਹ ਵਾਰੀ ਮਿਲੀ ਹੈ ਤੈਨੂੰ ਗੋਬਿੰਦ ਪ੍ਰਮਾਤਮਾ ਨਾਲ ਮਿਲਣ ਵਾਸਤੇ। ਅੱਗੇ ਬਚਨ ਕਰਦੇ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਦੁਨੀਆ ਦੇ ਹੋਰ ਕੰਮ ਰੱਬ ਦੀ ਦਰਗਾਹ ਵਿੱਚ ਨਹੀਂ ਉਹ ਕੰਮ ਆਉਣੇ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸੰਗਤ ਵਿੱਚ ਬੈਠ ਕੇ ਨਾਮ ਜਪਿਆ ਹੀ ਕੰਮ ਆਉਣਾ। ਤੇ ਸਤਿਗੁਰੂ ਇੱਥੇ ਬਚਨ ਕਰਦੇ ਕਹਿਣ ਲੱਗੇ, ਆਰ ਆਚਾਰ ਵਿਵਹਾਰ ਹੈ ਜੀਤੇ, ਬਿਨ ਹਰ ਸਿਮਰਨ ਫੋਕ। ਰੱਬ ਦੇ ਨਾਮ ਤੋਂ ਬਿਨਾਂ ਜਿੰਨੇ ਕੰਮ ਕਰਦਾ ਬੰਦਿਆ, ਇਹ ਸਭ ਫੋਕੇ ਨੇ, ਹਵਾ ਨੇ, ਇਹਨਾਂ ਨੇ ਕੰਮ ਕੋਈ ਨਹੀਂ ਆਉਣਾ, ਇਹ ਖਾਲੀ ਰਹਿ ਜਾਣੇ ਹਨ। ਨਾਨਕ ਜਨਮ ਮਰਨ ਭੈ ਕਾਟੇ, ਮਿਲ ਸਾਧੂ ਬਿਨ ਸੇ ਸੋਕ। ਬਾਦਸ਼ਾਹ ਕਹਿਣ ਲੱਗੇ, ਜਦੋਂ ਸਾਧੂ ਦੇ ਨਾਲ ਮਿਲੇਗਾ ਨਾ, ਸਾਧੂ ਦੀ ਸੰਗਤ ਵਿੱਚ ਮਿਲ ਜਾਏਗਾ, ਗੁਰੂ ਕੀ ਸੰਗਤ ਵਿੱਚ ਮਿਲ ਜਾਏਗਾ, ਤੇ ਸੰਗਤ ਵਿੱਚ ਮਿਲ ਕੇ ਨਾਨਕ ਜਨਮ ਮਰਨ ਭੈ ਕਾਟੇ। ਜੰਮਣ ਮਰਨ ਦੇ ਭੈ ਖਤਮ ਹੋ ਜਾਣਗੇ, ਕਿਉਂਕਿ ਜੰਮਣ ਮਰਨ ਹੀ ਕੱਟਿਆ ਗਿਆ ਤੇ ਫਿਰ ਭੈ ਕਾਹਦਾ ਰਹਿਣਾ? ਭੈ ਤੇ ਉਹਨਾਂ ਚਿਰ ਰਹਿਣਾ ਜਿੰਨਾ ਚਿਰ ਜੰਮਣ ਮਰਨ ਕੱਟਿਆ ਨਹੀਂ ਜਾਂਦਾ। ਜਦੋਂ ਕੱਟਿਆ ਗਿਆ, ਮੁੱਕ ਗਿਆ, ਖਤਮ ਹੋ ਗਿਆ, ਤੇ ਪਾਤਸ਼ਾਹ ਕਹਿਣ ਲੱਗੇ ਫਿਰ ਜੰਮਣ ਮਰਨ ਦਾ ਭੈ ਵੀ ਖਤਮ ਹੋ ਜਾਏਗਾ। ਤੇ ਬਿਨਸੇ ਸੋਕ, ਜਿੰਨੇ ਸੋਕ ਨੇ, ਚਿੰਤਾਵਾਂ, ਫਿਕਰ, ਇਹ ਵੀ ਸਾਰੀਆਂ ਬਿਨਸ ਜਾਂਦੀਆਂ। ਸਿਮਰਨ ਹੈ ਹੀ ਇਹੋ ਜਿਹਾ, ਜਿਹੜੇ ਕਰਦੇ ਉਹਨਾਂ ਨੂੰ ਇਹ ਦਾਤਾਂ ਮਿਲਦੀਆਂ ਹਨ। ਤਨਾਸਰੀ ਮਹੱਲਾ ਪੰਜਵਾਂ, ਤ੍ਰਿਸ਼ਨਾ ਬੁਝੈ ਹਰ ਕੈ ਨਾਮ। ਜਿਹੜੀ ਤ੍ਰਿਸ਼ਨਾ ਹੈ ਨਾ ਗੁਰਮੁਖੋ, ਮਹਾਰਾਜ ਲਿਖਦੇ ਤ੍ਰਿਸ਼ਨਾ ਬੁਝਦੀ ਨਹੀਂ ਸਾਰਿਆਂ ਦੀ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਬਿਰਲੇ ਤੋਂ ਭਾਵ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ। ਆਪਾਂ ਕਹਿ ਦਿੰਦੇ ਆ ਮੈਂ ਰੱਜ ਗਿਆ, ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਨੂੰ ਬਹੁਤ ਕੁਝ ਦਿੱਤਾ ਪ੍ਰਮਾਤਮਾ ਨੇ। ਇਹ ਕੇਵਲ ਕਹਿਣ ਦੀਆਂ ਗੱਲਾਂ, ਜੇ ਮਿਲੇ ਤੇ ਅਸੀਂ ਨਾ ਥੋੜ੍ਹੀ ਕਰਾਂਗੇ। ਮਹਾਰਾਜ ਕਹਿਣ ਲੱਗੇ ਤ੍ਰਿਸ਼ਨਾ ਬੁਝਦੀ ਕੇਵਲ ਪ੍ਰਮਾਤਮਾ ਦੇ ਨਾਮ ਦੇ ਨਾਲ। ਤੇ ਪਰ ਨਾਮ ਸਾਰੇ ਨਹੀਂ ਨਾ ਜਪਦੇ। ਕੋਟਨ ਮੈਂ ਨਾਨਕ ਕੋਊ ਨਾਰਾਇਣ ਜਿਹੇ ਚੀਤ। ਕਰੋੜਾਂ ਵਿੱਚ ਕੋਈ ਇੱਕ ਹੈ ਜਿਹੜਾ ਨਾਮ ਜਪੇਗਾ। ਨਾਮ ਜਪਣਾ ਬੜਾ ਔਖਾ। ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੋ ਜੋ ਬੀਚ ਨਾ ਖਾਈ ਕਾਮ। ਕਬੀਰ ਸਾਹਿਬ ਜੀ ਕਹਿਣ ਲੱਗੇ, ਅੰਬ ਦੇ ਕਿੰਨੇ ਬੂਟੇ ਲੱਗੇ ਬਾਗ ਦੇ ਵਿੱਚ, ਉਹਨਾਂ ਕਿੰਨਿਆਂ ਬੂਟਿਆਂ ਨੂੰ ਕਿੰਨੀਆਂ ਟਾਹਣੀਆਂ ਲੱਗੀਆਂ, ਕਿੰਨੀਆਂ ਟਾਹਣੀਆਂ ਨੂੰ ਕਿੰਨਾ ਅੱਗੋਂ ਬੂਰ ਪੈ ਗਿਆ, ਕਿੰਨੇ ਬਰੂਦ ਤੋਂ ਅੱਗੇ ਛੋਟੀਆਂ ਛੋਟੀਆਂ ਅੰਬੀਆਂ ਦੇ ਜਿਹੜੇ ਅੰਗੂਰ ਫੁੱਟ ਪਏ। ਉਹਨਾਂ ਅੰਬੀਆਂ ਵਿੱਚੋਂ ਕੁਝ ਅੰਬੀਆਂ ਕੱਚੀਆਂ ਟੁੱਟ ਗਈਆਂ, ਕੁਝ ਪੱਕ ਗਈਆਂ, ਕੁਝ ਕਾਣੀਆਂ ਹੋ ਗਈਆਂ, ਕੁਝ ਜਾਨਵਰ ਖਾ ਗਏ।
ਪਰ ਬਹੁਤ ਥੋੜੀਆਂ ਜਿਹੜੀਆਂ ਖਸਮ ਤੱਕ ਪਹੁੰਚੀਆਂ, ਮਾਲਕ ਤੱਕ ਪਹੁੰਚੀਆਂ। ਹੁਣ ਗੁਰਮੁਖੋ ਜੇ ਬੂਟਿਆਂ ਦੀ ਗਿਣਤੀ ਜਾਵੇ ਕੀਤੀ ਜਾਵੇ, ਬੂਟੇ ਕਿੰਨੇ ਨੇ, ਟਾਹਣੀਆਂ ਕਿੰਨੀਆਂ ਨੇ, ਬੂਰ ਕਿੰਨਾ ਪਿਆ, ਫਲ ਕਿੰਨਾ ਲੱਗਿਆ, ਤੇ ਫਿਰ ਤੇ ਫਲ ਇੰਨਾ ਹੋ ਜਾਵੇਗਾ ਵੀ ਸਾਂਭਿਆ ਹੀ ਨਹੀਂ ਜਾਵੇਗਾ। ਕੁਝ ਟਾਹਣੀਆਂ ਟੁੱਟ ਗਈਆਂ, ਕੁਝ ਬੂਰ ਝੜ ਗਿਆ, ਘਟ ਗਿਆ ਨਾ ਹੌਲੀ ਹੌਲੀ। ਪਹਿਲਾਂ ਟਾਹਣੀਆਂ ਟੁੱਟ ਗਈਆਂ ਤਾਂ ਘਟ ਗਿਆ, ਫਿਰ ਬੂਰ ਝੜ ਗਿਆ ਤਾਂ ਟੁੱਟ ਗਏ। ਫਿਰ ਜਿੰਨੇ ਕੁ ਲੱਗੇ ਛੋਟੇ ਛੋਟੇ ਅੰਬ ਉਹ ਵੀ ਟੁੱਟ ਗਏ, ਕੁਝ ਕਾਣੇ ਨਿਕਲ ਆਏ, ਕੁਝ ਗਲ ਗਏ, ਕਈਆਂ ਨੂੰ ਜਾਨਵਰ ਖਾ ਗਏ, ਘਟਦੇ ਗਏ ਨਾ। ਬਹੁਤ ਥੋੜੇ ਨੇ ਜਿਹੜੇ ਜਾ ਕੇ ਪੱਕੇ ਤੇ ਮਾਲਕ ਤੱਕ ਪਹੁੰਚੇ। ਇਸੇ ਤਰ੍ਹਾਂ ਗੁਰਮੁਖੋ ਚੱਲਦੇ ਤੇ ਬਹੁਤ ਨੇ, ਤੁਰਦੇ ਤੇ ਬਹੁਤ ਨੇ ਵੀ ਮੈਂ ਰੱਬ ਦਾ ਨਾਮ ਜਪਣਾ। ਥੋੜਾ ਜਿਹਾ ਤੁਰੇ ਥੱਕ ਗਏ, ਥੋੜਾ ਜਿਹਾ ਤੁਰੇ ਅੱਕ ਗਏ, ਥੋੜਾ ਜਿਹਾ ਤੁਰੇ ਵਿਪਤਾ ਪੈ ਗਈ, ਥੋੜਾ ਜਿਹਾ ਤੁਰੇ ਸੰਕਟ ਪੈ ਗਿਆ, ਥੋੜੇ ਜਿਹੇ ਦਿਨ ਨਾਮ ਜਪਿਆ ਕੋਈ ਮੁਸੀਬਤ ਖੜੀ ਹੋ ਗਈ, ਥੋੜੇ ਜਿਹੇ ਦਿਨ ਕੋਈ ਕਰਮ ਚੰਗਾ ਕੀਤਾ ਅੱਗੋਂ ਕੋਈ ਨਾ ਕੋਈ ਰੁਕਾਵਟ ਪੈ ਗਈ। ਹੌਲੀ ਹੌਲੀ ਕਰਦਿਆਂ ਮੰਨ ਲਓ ਜੇ 100 ਬੰਦਾ ਤੁਰਿਆ ਤੇ ਉਹਦੇ ਵਿੱਚੋਂ ਇੱਕ ਹੀ ਹੈ ਜਿਹੜਾ ਮੰਜ਼ਿਲ ਤੱਕ ਪਹੁੰਚਦਾ, ਬਾਕੀ 99 ਤੇ ਰਾਹ ਵਿੱਚ ਹੀ ਖੜ ਗਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਰੋੜਾਂ ਬੰਦੇ ਜੇ ਨਾਮ ਜਪਦੇ ਨੇ, ਪਰ ਕਰੋੜਾਂ ਵਿੱਚੋਂ ਕੋਟਨ ਮੈਂ ਨਾਨਕ ਕੂ, ਕਰੋੜਾਂ ਵਿੱਚੋਂ ਕੋਈ ਇੱਕ ਹੀ ਹੈ ਜਿਹਨੂੰ ਰੱਬ ਹਮੇਸ਼ਾ ਚੇਤੇ ਰਹਿੰਦਾ, ਬਾਕੀਆਂ ਨੂੰ ਭੁੱਲ ਹੀ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਕੋਈ ਕੋਈ ਜਪਦਾ ਹੈ, ਇਹ ਤ੍ਰਿਸ਼ਨਾ ਵੀ ਫਿਰ ਕਿਸੇ ਕਿਸੇ ਦੀ ਬੁੱਝਦੀ ਹੈ, ਸਾਰਿਆਂ ਦੀ ਨਹੀਂ ਬੁੱਝਦੀ। ਤ੍ਰਿਸ਼ਨਾ ਤੇ ਰਾਜਿਆਂ ਦੀ ਖਤਮ ਨਹੀਂ ਹੋਈ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਕਿਸੇ ਕਿਸੇ ਦੀ ਬੁਝਦੀ ਹੈ, ਪਰ ਬੁਝਦੀ ਉਹਦੀ ਹੈ ਹਰਿ ਕੈ ਨਾਮ, ਜਿਹਨੇ ਹਰੀ ਦਾ ਨਾਮ ਜਪਿਆ, ਜਿਹਨੇ ਪਰਮਾਤਮਾ ਦਾ ਨਾਮ ਜਪਿਆ, ਤ੍ਰਿਸ਼ਨਾ ਵੀ ਉਹਦੀ ਖਤਮ ਹੁੰਦੀ ਹੈ। ਮਹਾ ਸੰਤੋਖ ਹੋਵੇ ਗੁਰ ਬਚਨੀ, ਗੁਰੂ ਉਪਦੇਸ਼ ਦੇ ਨਾਲ ਸੰਤੋਖ ਪ੍ਰਾਪਤ ਹੁੰਦਾ। ਗੁਰੂ ਕਿਰਪਾ ਕਰ ਦੇਵੇ ਤੇ ਸੰਤੋਖ ਮਿਲਦਾ ਹੈ। ਪ੍ਰਭ ਸਿਉ ਲਾਗੈ ਪੂਰਨ ਧਿਆਨ, ਪਰਮਾਤਮਾ ਦੇ ਨਾਲ ਫਿਰ ਪੂਰੇ ਦਾ ਪੂਰਾ ਧਿਆਨ ਲੱਗ ਜਾਂਦਾ। ਪਰ ਲੱਗਦਾ ਕਿਵੇਂ ਆ? ਗੁਰ ਬਚਨੀ, ਗੁਰੂ ਬਚਨਾਂ ਨਾਲ। ਜਿੰਨਾ ਚਿਰ ਗੁਰੂ ਦੇ ਬਚਨ ਨਹੀਂ ਲੈਂਦਾ, ਗੁਰੂ ਦੇ ਬਚਨਾਂ ਦਾ ਉਪਦੇਸ਼ ਲੈ ਕੇ ਕਮਾਈ ਨਹੀਂ ਕਰਦਾ, ਉਹਨਾਂ ਚਿਰ ਸੰਤੋਖ ਨਹੀਂ ਆਵੇਗਾ। ਜਿੰਨਾ ਚਿਰ ਸੰਤੋਖ ਨਹੀਂ ਆਉਂਦਾ ਉਹਨਾਂ ਚਿਰ ਧਿਆਨ ਵੀ ਨਹੀਂ ਲੱਗੇਗਾ। ਧਿਆਨ ਵੀ ਉਦੋਂ ਲੱਗੇਗਾ ਜਦੋਂ ਦੁਨੀਆ ਵੱਲੋਂ ਰੱਜ ਗਿਆ, ਦੁਨੀਆ ਵੱਲੋਂ ਸੰਤੋਖ ਆ ਗਿਆ, ਤ੍ਰਿਸ਼ਨਾ ਰਹਿ ਹੀ ਕੋਈ ਨਾ ਗਈ, ਧਿਆਨ ਵੀ ਉਦੋਂ ਲੱਗਣਾ। ਨਹੀਂ ਤੇ ਉਹਨਾਂ ਚਿਰ ਧਿਆਨ ਨਹੀਂ ਲੱਗਦਾ, ਸਗੋਂ ਧਿਆਨ ਵਿੱਚ ਪਦਾਰਥ ਚੇਤੇ ਆਉਂਦੇ ਨੇ। ਧਿਆਨ ਦੇ ਵਿੱਚ ਆਪਣੀਆਂ ਗੱਲਾਂ ਚੇਤੇ ਆਉਂਦੀਆਂ ਵੀ ਮੈਂ ਆਹ ਕਰਨਾ, ਮੈਨੂੰ ਆਹ ਮਿਲ ਜਾਵੇ, ਮੇਰੇ ਨਾਲ ਆਹ ਹੋ ਜਾਵੇ। ਕਰਦੇ ਆ ਨਾ ਆਪਾਂ ਸਿਮਰਨ, ਤੇ ਕਿਤੇ ਨੇਤਰ ਬੰਦ ਕਰਕੇ ਸਿਮਰਨ ਕਰਕੇ ਵੇਖੋ, ਕਿਤੇ ਟੇਕੇ ਗੁਰਬਾਣੀ ਦਾ ਪਾਠ ਕਰਕੇ ਵੇਖੋ, ਤੁਹਾਡੇ ਅੰਦਰ ਦੇ ਵਲਵਲੇ ਉਸੇ ਵੇਲੇ ਉੱਠ ਪੈਣਗੇ। ਕਈ ਤਰ੍ਹਾਂ ਦੀਆਂ ਇੱਛਾਵਾਂ ਜਾਗ ਪੈਣਗੀਆਂ, ਆਹ ਵੀ ਮਿਲ ਜਾਵੇ, ਆਹ ਵੀ ਬਣ ਜਾਵੇ, ਆਹ ਵੀ ਹੋ ਜਾਵੇ। ਕਿਉਂ ਹੋ ਰਹੀਆਂ ਨੇ? ਕਿਉਂਕਿ ਮਨ ਦੇ ਵਿੱਚੋਂ ਤ੍ਰਿਸ਼ਨਾ ਨਹੀਂ ਬੁਝੀ ਹੈ, ਸੰਤੋਖ ਨਹੀਂ ਮਿਲਿਆ ਅਜੇ। ਜਦੋਂ ਸੰਤੋਖ ਮਿਲ ਗਿਆ ਨਾ, ਉਦੋਂ ਫਿਰ ਤ੍ਰਿਸ਼ਨਾਵਾਂ ਖਤਮ ਹੋ ਜਾਣਗੀਆਂ, ਫੁਰਨੇ ਵੀ ਮੁੱਕ ਜਾਣਗੇ। ਬਾਣੀ ਪੜ੍ਹਦਿਆਂ ਫੁਰਨਾ ਉੱਠੇਗਾ ਹੀ ਕੋਈ ਨਹੀਂ ਵੀ ਆਹ ਮਿਲ ਜਾਵੇ। ਪਰ ਜਿੰਨਾ ਚਿਰ ਸੰਤੋਖ ਨਹੀਂ ਆਉਂਦਾ ਉਹਨਾਂ ਚਿਰ ਫੁਰਨੇ ਉੱਠਦੇ ਹੀ ਰਹਿਣੇ ਨੇ। ਇਹ ਮਤਾਂ ਕੂ ਆਖੇ ਵੀ ਮੈਂ ਬੜਾ ਧਿਆਨ ਜੋੜ ਲੈਂਦਾ, ਮੈਨੂੰ ਪ੍ਰਾਪਤੀ ਹੈ, ਗੱਲਾਂ ਹੀ ਨੇ। ਉਹਨਾਂ ਚਿਰ ਕੁਝ ਨਹੀਂ ਹੋਣਾ ਜਿੰਨਾ ਚਿਰ ਸੰਤੋਖ ਨਹੀਂ ਆਉਂਦਾ। ਤੇ ਸੰਤੋਖ ਆਉਣਾ ਨਾਮ ਜਪ ਕੇ। ਮਹਾਰਾਜ ਕਹਿਣ ਲੱਗੇ ਭਾਈ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੇ ਨਾਲ ਸੰਤੋਖ ਪ੍ਰਾਪਤ ਕੀਤਾ, ਉਹਨਾਂ ਦਾ ਫਿਰ ਪੂਰੇ ਦਾ ਪੂਰਾ ਧਿਆਨ ਪਰਮਾਤਮਾ ਨਾਲ ਜੁੜ ਜਾਂਦਾ ਹੈ। ਰਹਾਓ ਮਹਾ ਕਲੋਲ ਬੁਝੈ ਮਾਇਆ ਕੇ, ਇਹ ਜਿਹੜੀ ਮਾਇਆ ਹੈ ਨਾ ਗੁਰਮੁਖੋ, ਇਹ ਬੜੇ ਕਲੋਲ ਕਰਦੀ ਹੈ। ਕਲੋਲ ਤੋਂ ਭਾਵ ਇਹ ਬੜੀਆਂ ਚਾਤੁਰਤਾਈਆਂ ਬੰਦਿਆ ਤੇਰੇ ਨਾਲ ਕਰਦੀ ਹੈ। ਕਦੇ ਕਿਸੇ ਰੂਪ ਵਿੱਚ ਠੱਗਣ ਆ ਜਾਂਦੀ ਹੈ, ਕਦੇ ਕਿਸੇ ਰੂਪ ਵਿੱਚ ਠੱਗਣ ਆ ਜਾਂਦੀ ਹੈ। ਭਾਵੇਂ ਤੂੰ ਪ੍ਰਤੱਖ ਮਾਇਆ ਤੋਂ ਬਚ ਵੀ ਜਾਵੇਂਗਾ, ਪਰ ਇਹ ਮਾਇਆ ਨੇ ਕਿਸੇ ਹੋਰ ਪਾਸਿਓਂ ਆ ਕੇ ਬੁਲਾਵਾਂ ਪਾ ਲੈਣਾ। ਪੁੱਤਰ ਦੇ ਰੂਪ ਵਿੱਚ ਆ ਗਈ, ਧੀ ਦੇ ਰੂਪ ਦੇ ਵਿੱਚ ਆ ਗਈ, ਕਿਸੇ ਨਾ ਕਿਸੇ ਬੰਨਿਓ ਤੇ ਫੜ ਹੀ ਲੈਂਦੀ ਆ ਕੇ। ਮੈਂ ਕਿਸੇ ਕੋਲੋਂ ਰਿਸ਼ਵਤ ਨਹੀਂ ਲੈਂਦਾ, ਮੈਂ ਕਿਸੇ ਕੋਲੋਂ ਮਾਇਆ ਨਹੀਂ ਲੈਂਦਾ, ਮੈਂ 10 ਦੀ ਕਿਰਤ ਕਰਦਾ, ਬਚਿਆ ਆਉਂਦਾ। ਪਰ ਮਾਇਆ ਕਹਿ ਰਹੀ ਹੈ ਵੀ ਤੈਨੂੰ ਮੈਂ ਠੱਗਣਾ, ਵੱਲ ਦੇ ਵਿੱਚ ਲੈਣਾ। ਪੁੱਤਰ ਨੂੰ ਇਹੋ ਜਿਹੀ ਮੁਸੀਬਤ ਵਿੱਚ ਪਾ ਦਿੱਤਾ। ਪੁੱਤਰ ਆਖਦਾ ਬਾਪੂ ਹੁਣ ਜਿੱਥੋਂ ਮਰਜ਼ੀ ਪ੍ਰਬੰਧ ਕਰ, ਮੈਂ ਨਿਕਲ ਨਹੀਂ ਹੋ ਸਕਦਾ, ਮੈਂ ਤੇ ਮਰ ਜਾਵਾਂਗਾ, ਮਦਦ ਤੈਨੂੰ ਕਰਨੀ ਪਵੇਗੀ। ਤੇ ਉੱਥੇ ਮਾਇਆ ਫਿਰ ਇਹੋ ਜਿਹਾ ਵੱਲ ਮਾਰਦੀ ਹੈ, ਜਿਹੜਾ ਸਾਰੀ ਉਮਰ ਬਚਿਆ ਆਉਂਦਾ ਸੀ ਨਾ, ਅੱਜ ਉਹ ਵੀ ਉਸੇ ਚਿੱਕੜ ਵਿੱਚ ਹੀ ਡੁੱਬ ਗਿਆ।
ਸਾਰੀ ਉਮਰ ਬਚਿਆ ਆਉਂਦਾ। ਧੀ ਨੂੰ ਕੋਈ ਇਹੋ ਜਿਹਾ ਦੁੱਖ ਆ ਗਿਆ, ਸਹੁਰਿਆਂ ਨੂੰ ਕੋਈ ਦਾਜ ਮੰਗ ਲਿਆ, ਕੋਈ ਦੁਰਘਟਨਾ ਹੋ ਗਈ, ਕੋਈ ਬਿਪਤਾ ਪੈ ਗਈ, ਤੇ ਧੀ ਆ ਗਈ ਬਾਪ ਦੇ ਦਰਵਾਜ਼ੇ ਤੇ ਆ ਕੇ ਰੋਈ ਵੀ ਬਾਪੂ ਹੁਣ ਤੇਰੇ ਬਿਨਾਂ ਆਸਰਾ ਕੋਈ ਨਹੀਂ, ਮਦਦ ਕਰ, ਜਿਵੇਂ ਮਰਜ਼ੀ ਕਰ। ਤੇ ਉੱਥੇ ਫਿਰ ਉਹਨੂੰ ਉਹ ਵੀ ਅੱਕ ਚੱਬਣਾ ਪਏਗਾ ਜਿਹੜਾ ਨਹੀਂ ਚੱਬਿਆ। ਮਹਾਰਾਜ ਕਹਿਣ ਲੱਗੇ ਵੀ ਇਹ ਮਾਇਆ ਕਲੋਲ ਬੜੇ ਕਰਦੀ ਹੈ। ਬੰਦਾ ਜੇ ਆਖੇ ਨਾ ਵੀ ਮੈਂ ਮਾਇਆ ਤੋਂ ਬੜਾ ਬਚਿਆ ਤੇ ਨਿਰਲੇਪ, ਜਦੋਂ ਵਲ ਮਾਰਦੀ ਹੈ ਨਾ ਵੱਡਿਆਂ ਵੱਡਿਆਂ ਨੂੰ ਖਿੱਚ ਕੇ ਆਪਣੇ ਵਿੱਚ ਲੈ ਆਉਂਦੀ ਵੀ ਆ ਕਿੱਥੇ ਚੱਲਿਆ। ਤੇ ਫਿਰ ਬੰਦਾ ਰੋਂਦਾ ਇਹ ਗੱਲ ਕਹਿੰਦਾ ਵੀ ਸਾਰੀ ਉਮਰ ਮੈਂ ਆਹ ਕੰਮ ਨਹੀਂ ਸੀ ਕੀਤਾ, ਪਰ ਜਵਾਕਾਂ ਦੇ ਮਗਰ ਲਾ ਕੇ ਅੱਜ ਕਰਨਾ ਪਿਆ। ਇਹ ਗੱਲ ਆਪਾਂ ਸੁਣਦੇ ਕਿ ਨਹੀਂ ਸੁਣਦੇ ਆ ਨਾ ਵੱਡਿਆਂ ਬਜ਼ੁਰਗਾਂ ਦੇ ਕੋਲੋਂ। ਆਹ ਕੰਮ ਮੈਂ ਬਚਪਨ ਵਿੱਚ ਨਹੀਂ ਸੀ ਕੀਤਾ, ਜਵਾਨੀ ਵਿੱਚ ਨਹੀਂ ਸੀ ਕੀਤਾ, ਮਾਲਕ ਨੇ ਬੜਾ ਮੈਨੂੰ ਬਚਾਇਆ ਸੀ, ਪਰ ਅਖੀਰ ਤੇ ਮੈਨੂੰ ਕਰਨਾ ਪਿਆ। ਮਜਬੂਰੀਆਂ ਹੋ ਜਾਂਦੀਆਂ ਜੀ ਪਰਿਵਾਰ ਦੀਆਂ, ਘਰ ਦੀਆਂ, ਬੱਚਿਆਂ ਦੀਆਂ, ਕੀ ਕਰੀਏ। ਮਜਬੂਰੀਆਂ ਨਹੀਂ, ਮਾਇਆ ਦੇ ਕਲੋਲ ਨੇ। ਮਾਇਆ ਨਚਾਉਂਦੀ ਹੈ, ਖਿਡਾਉਂਦੀ ਹੈ ਵੀ ਕਿੱਥੋਂ ਕੁ ਤੱਕ ਭੱਜਦਾ, ਕਿੰਨਾ ਕੁ ਇਹ ਖੇਡ ਕਰਦਾ। ਇਹ ਮਾਇਆ ਦੇ ਕਲੋਲਾਂ ਤੋਂ ਬਚਿਆ ਨਹੀਂ ਜਾਂਦਾ, ਕੋਈ ਵਿਰਲਾ ਹੀ ਬਚਿਆ। ਜਿਹੜਾ ਬਚਿਆ ਪ੍ਰਾਪਤੀ ਉਹਨੂੰ ਹੁੰਦੀ ਹੈ। ਜਿਹੜਾ ਦੁੱਖ ਦੇ ਵਿੱਚ ਵੀ, ਬਿਪਤਾ ਦੇ ਵਿੱਚ ਵੀ ਆਖੇ ਵੀ ਨਹੀਂ, ਜੋ ਪ੍ਰਮਾਤਮਾ ਦਾ ਹੁਕਮ ਹੈ ਉਹ ਹੋਵੇਗਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਵਰ ਭੈ ਨਹੀਂ ਜਾਕੈ। ਮਾਰਗ ਕਠਨ ਹੈ, ਪ੍ਰਾਪਤ ਗੱਲਾਂ ਨਾਲ ਨਹੀਂ ਹੋਵੇਗਾ। ਹਰੀ ਚੰਦ ਰਾਜਾ ਵਿਚਾਰਾ ਸਭ ਕੁਝ ਦਾਨ ਕਰ ਬੈਠਾ, ਇੱਥੋਂ ਤੱਕ ਕਿ ਪੁੱਤਰ ਵੀ ਦਾਨ ਕਰਨਾ ਪੈ ਗਿਆ, ਘਰਵਾਲੀ ਨੂੰ ਵੇਚਣਾ ਪੈ ਗਿਆ। ਤੇ ਆਪ ਜਾ ਕੇ ਨਾ ਜਿਹੜੇ ਕਬਰ ਪੱਟਣ ਵਾਲੇ ਉਹਨਾਂ ਦੇ ਕੋਲ ਨੌਕਰੀ ਕਰ ਲਈ। ਗਲ ਵਿੱਚ ਕੋਈ ਕੱਪੜਾ ਨਹੀਂ, ਇੱਕ ਲੰਗੋਟ ਬੱਧਾ ਲੱਕ ਦੇ ਨਾਲ, ਤੇ ਕਬਰਾਂ ਪੱਟਦਾ ਤੇ ਮੁਰਦਿਆਂ ਨੂੰ ਉਹਦੇ ਵਿੱਚ ਦਫਨਾਉਂਦਾ। ਮਾਲਕ ਨੇ ਹੁਕਮ ਦਿੱਤਾ ਵੀ ਇੱਕ ਪੈਸਾ ਲੈ ਕੇ ਤੇ ਮੁਰਦੇ ਨੂੰ ਫਿਰ ਕਬਰ ਵਿੱਚ ਪਾਉਣਾ। ਜਿੱਦਾਂ ਉਹ ਠੇਕੇ ਤੇ ਲੈ ਲੈਂਦੇ ਨਾ ਲੋਕੀ, ਟੈਕਸੀ ਸਟੈਂਡ ਲੈ ਲੈਂਦੇ ਵੀ ਇੰਨੀ ਪਰਚੀ ਕਟਾਓਗੇ ਤੇ ਗੱਡੀ ਮੋਟਰ ਲਾ ਸਕਦੇ। ਕਬਰਸਤਾਨ ਦੇ ਵਿੱਚ ਵੀ ਉਹਨਾਂ ਨੇ ਕਾਨੂੰਨ ਬਣਾਇਆ ਵੀ ਟਕਾ ਦਿਓਗੇ ਤੇ ਮੁਰਦਾ ਦੱਬਾਂਗੇ, ਨਹੀਂ ਤੇ ਨਹੀਂ ਦੱਬਾਂਗੇ। ਰਾਜਾ ਵਿਚਾਰਾ ਕਸਾਈਆਂ ਦੇ ਵੱਸ ਹੈ ਰਾਜਾ, ਪਰ ਇਸ ਵੇਲੇ ਕਰਮੀ ਇਹੋ ਜਿਹਾ ਵੀ ਕਬਰਾਂ ਪੱਟਣੀਆਂ ਪੈ ਗਈ। ਜਦੋਂ ਕੋਈ ਮੁਰਦਾ ਲੈ ਕੇ ਆਉਂਦਾ, ਟਕਾ ਲੈਂਦਾ ਉਹਦੇ ਕੋਲੋਂ ਤੇ ਉਹਨੂੰ ਦਫਨਾ ਦਿੰਦਾ ਹੈ। ਅੱਜ ਇਸ ਰਾਜੇ ਦੀ ਘਰਵਾਲੀ ਆ ਗਈ, ਉਹਨੇ ਝੋਲੀ ਵਿੱਚ ਇਹਦਾ ਹੀ ਪੁੱਤਰ ਚੁੱਕਿਆ ਹੋਇਆ, ਇਸੇ ਰਾਜੇ ਦਾ ਪੁੱਤਰ ਚੁੱਕਿਆ, ਤੇ ਪੁੱਤਰ ਗਿਆ ਮਰ। ਦਫਨਾਉਣਾ ਹੈ, ਲੈ ਕੇ ਆਈ, ਕਹਿਣ ਲੱਗੀ ਵੀ ਆਹ ਦਫਨਾ ਦਿਓ। ਕਹਿਣ ਲੱਗਾ ਵੀ ਟਕਾ ਲੱਗੇਗਾ। ਰਾਣੀ ਜਿਹੜੀ ਹੈ ਵਿਚਾਰੀ ਇਸ ਵੇਲੇ ਤੇ ਉਹ ਰਾਣੀ ਨਹੀਂ ਨਾ ਰਹੀ, ਉਹ ਕਹਿਣ ਲੱਗੀ ਵੀ ਟਕਾ ਕਿੱਥੋਂ ਲਿਆਵਾਂ, ਮੇਰੇ ਕੋਲ ਤੇ ਟਕਾ ਹੈ ਕੋਈ ਨਹੀਂ, ਮੈਂ ਤੇ ਮੰਗ ਕੇ ਮਸਾਂ ਗੁਜ਼ਾਰਾ ਕਰਦੀ, ਰੋਟੀ ਖਾਂਦੀ ਆ। ਜੇ ਟਕਾ ਹੁੰਦਾ ਤੇ ਮੈਂ ਪੁੱਤਰ ਵਾਸਤੇ ਨਾ ਕੋਈ ਇਲਾਜ ਕਰ ਲੈਂਦੀ। ਟਕਾ ਕੋਈ ਨਹੀਂ ਹੈ ਮੇਰੇ ਕੋਲ, ਤੇ ਕੁਝ ਵੀ ਨਹੀਂ ਦੇਣ ਨੂੰ, ਤੇ ਪੁੱਤਰ ਵੀ ਤੇ ਤੇਰਾ ਹੀ ਹੈ ਨਾ, ਇਹਨੂੰ ਦਫਨਾ ਕਬਰ ਦੇ ਵਿੱਚ। ਕਹਿਣ ਲੱਗਾ ਨਹੀਂ, ਭਾਵੇਂ ਮੇਰਾ ਹੀ ਹੈ, ਪਰ ਦਫਨਾਵਾਂਗਾ ਉਦੋਂ ਜਦੋਂ ਟਕਾ ਮਿਲੇਗਾ। ਮੇਰੇ ਮਾਲਕ ਦਾ ਹੁਕਮ ਹੈ ਵੀ ਟਕਾ ਲੈ ਕੇ ਦਫਨਾਉਣਾ। ਮੈਂ ਮਾਲਕ ਨਾਲ ਦਗੇਬਾਜ਼ੀ ਨਹੀਂ ਕਰ ਸਕਦਾ, ਮੈਂ ਧੋਖਾ ਨਹੀਂ ਦੇ ਸਕਦਾ, ਇਹ ਤੇ ਤੈਨੂੰ ਦੇਣਾ ਹੀ ਪਵੇਗਾ। ਜੇ ਨਹੀਂ ਦੇ ਸਕਦੀ ਤੇ ਲੈ ਜਾ ਇਹਨੂੰ, ਜਿੱਥੇ ਮਰਜ਼ੀ ਸੁੱਟ ਦੇ ਲਿਜਾ ਕੇ, ਜੰਗਲ 'ਚ, ਇੱਧਰ ਉੱਧਰ ਕਿਤੇ, ਪਰ ਜੇ ਇੱਥੇ ਕਬਰਸਤਾਨ ਵਿੱਚ ਲੈ ਕੇ ਆਉਣਾ ਤੇ ਇਹ ਕੰਮ ਤੇ ਕਰਨਾ ਹੀ ਪਵੇਗਾ। ਜਦੋਂ ਇਸ ਤਰ੍ਹਾਂ ਕੀਤਾ ਨਾ, ਵੇਖੋ ਮਾਇਆ ਨੇ ਕੈਸਾ ਵਲ ਮਾਰਿਆ ਆ ਕੇ, ਕਿਹੋ ਜਿਹੀ ਬਿਧ ਬਣਾ ਦਿੱਤੀ, ਕਿਹੋ ਜਿਹਾ ਬਹਾਨਾ ਬਣਾ ਦਿੱਤਾ। ਜਦੋਂ ਇਹ ਆਖ ਕੇ ਮੋੜ ਦਿੱਤਾ ਨਾ, ਘਰ ਵਾਲੀ ਪਿੱਛੇ ਨੂੰ ਮੁੜ ਪਈ ਤੇ ਕਹਿਣ ਲੱਗੇ, ਉਸ ਵੇਲੇ ਪਰਮਾਤਮਾ ਨੂੰ, ਖੁਦਾ ਨੂੰ, ਭਗਵਾਨ ਨੂੰ ਪ੍ਰਗਟ ਹੋਣਾ ਪਿਆ। ਕਹਿਣ ਲੱਗੇ ਸ਼ਾਬਾਸ਼ ਹਰੀ ਚੰਦ, ਪਾਸ ਹੋ ਗਿਆ ਤੂੰ, ਪਰਖ ਵਿੱਚੋਂ ਪਾਸ ਹੋਇਆ। ਜਿਹੜਾ ਡੋਲਿਆ ਨਹੀਂ, ਇੱਕੋ ਪੁੱਤਰ, ਉਹ ਵੀ ਮਰ ਜਾਵੇ, ਸਾਹਮਣੇ ਪਿਆ ਹੋਵੇ, ਤੇ ਫਿਰ ਵੀ ਮਾਇਆ ਦੇ ਗੁੰਝਲ ਵਿੱਚ ਨਹੀਂ ਆਇਆ, ਮਾਇਆ ਦੇ ਜਾਲ ਵਿੱਚ ਨਹੀਂ ਆਇਆ। ਐਵੇਂ ਤਾਂ ਨਹੀਂ ਲੋਕੀ ਕਹਿੰਦੇ ਤੂੰ ਹਰੀਸ਼ ਚੰਦਰ ਰਾਜਾ, ਹਰੀਸ਼ ਚੰਦਰ ਰਾਜਾ ਕਹਿ ਦੇਣਾ ਤੇ ਬੜੀ ਸੌਖੀ ਗੱਲ ਹੈ, ਬੰਨਾ ਬੜਾ ਔਖਾ। ਕਿਸੇ ਨੇ ਹਰੀ ਚੰਦ ਕਿਹਾ, ਕਿਸੇ ਨੇ ਹਰੀਸ਼ ਚੰਦ ਕਿਹਾ, ਰਾਜਾ ਤੇ ਉਹੀ ਹੈ, ਨਾਂ ਦਾ ਥੋੜਾ ਫਰਕ ਪੈ ਗਿਆ ਹੈ, ਪਰ ਇਹ ਗੱਲ ਕਹਿਣੀ ਬੜੀ ਸੌਖੀ ਹੈ, ਉਹਦੀ ਕੁਰਬਾਨੀ ਬੜੀ ਹੈ। ਮਹਾਕਲੋਲ, ਇਹ ਮਾਇਆ ਬੜੇ ਕਲੋਲ ਕਰਦੀ ਹੈ, ਪੁੱਤਰ ਦੇ ਰੂਪ ਵਿੱਚ, ਧੀ ਦੇ ਰੂਪ ਵਿੱਚ, ਪੋਤਰੇ ਪੋਤਰੀ ਦੇ ਰੂਪ ਦੇ ਵਿੱਚ।
ਮਾਂ ਬਾਪ ਦੇ ਰੂਪ ਦੇ ਵਿੱਚ, ਬਜ਼ੁਰਗਾਂ ਦੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਆ ਕੇ ਇਹੋ ਜਿਹਾ ਕਲੋਲ ਪਾਉਂਦੀ ਹੈ ਕਿ ਬੰਦੇ ਨੂੰ ਠੱਗ ਲੈ ਕੇ ਜਾਂਦੀ ਹੈ। ਮਹਾ ਕਲੋਲ ਬੁਝੇ ਮਾਇਆ ਕੇ, ਪਰ ਇਹ ਕਲੋਲ ਵੀ ਮਿਟ ਜਾਂਦੇ, ਮਾਇਆ ਨੂੰ ਵੀ ਨੱਥ ਪੈ ਜਾਂਦੀ ਹੈ। ਭਗਤ ਕਬੀਰ ਸਾਹਿਬ ਵਰਗਿਆਂ ਨੇ ਪਾ ਛੱਡੀ ਨੱਥ, ਵੱਢ ਛੱਡਿਆ ਨੱਕ, ਕਹਿਣ ਲੱਗੇ ਕਲੋਲ ਬੁੱਝ ਜਾਂਦੇ ਹਨ। ਕਰ ਕਿਰਪਾ ਮੇਰੇ ਦੀਨ ਦਿਆਲ, ਤੇ ਦਿਆਲਤਾ ਕਰਨ ਵਾਲੇ ਪ੍ਰਮਾਤਮਾ ਕਿਰਪਾ ਕਰ। ਆਪਣਾ ਨਾਮ ਦੇਹ ਜਪ ਜੀਵਾ, ਆਪਣੇ ਨਾਮ ਦੀ ਦਾਤ ਦਿਓ, ਮੈਂ ਨਾਮ ਨੂੰ ਜਪ ਕੇ ਤੇ ਮੇਰਾ ਜੀਵਣਾ ਹੁੰਦਾ ਹੈ। ਪੂਰਨ ਹੋਏ ਦਾਸ ਕੀ ਕਾਲ, ਦਾਸਾਂ ਦੀ ਜਿਹੜੀ ਘਾਲ ਹੈ ਨਾ, ਉਹ ਘਾਲ ਸਫਲੀ ਹੋ ਜਾਂਦੀ ਹੈ ਜੇ ਆਪ ਜੀ ਨਾਮ ਦੀ ਖੈਰਾਤ ਪਾਉਣਾ ਕਰੋ। ਸਰਬ ਮਨੋਰਥ ਰਾਜ ਸੁਖ ਰਸ, ਸਾਧ ਖੁਸ਼ੀਆਂ ਕੀਰਤਨ ਜਪ ਨਾਮ। ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਕੀਰਤਨ ਕੀਤਾ, ਗੁਰਮੁਖੋ ਨਾਮ ਜਪਣ ਵਾਲੇ, ਕੀਰਤਨ ਕਰਨ ਵਾਲੇ, ਉਹਨਾਂ ਨੂੰ ਸਦਾ ਹੀ ਸਰਬ ਮਨੋਰਥ, ਉਹਨਾਂ ਦੇ ਸਾਰੇ ਮਨੋਰਥ ਜਿਹੜੇ ਨੇ ਨਾ ਆਨੰਦ ਦੇ ਸਮੇਤ ਪੂਰਨ ਹੁੰਦੇ। ਰਾਜ ਦੇ ਸੁਖ ਤੇ ਉਹਨਾਂ ਸੁੱਖਾਂ ਦਾ ਆਨੰਦ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ, ਉਹਨਾਂ ਨੂੰ ਸਦਾ ਹੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਜਿਸ ਕਾ ਕਰਮ ਲਿਖਿਆ ਤੁਰ ਕਰਤਾ, ਧੁਰ ਤੋਂ ਅਕਾਲ ਪੁਰਖ ਨੇ ਜਿਹਦੇ ਕਰਮਾਂ ਵਿੱਚ ਮੱਥੇ ਵਿੱਚ ਭਾਗ ਲਿਖੇ ਹਨ। ਨਾਨਕ ਜਨ ਕੈ ਪੂਰਨ ਕਾਮ, ਉਹਨਾਂ ਗੁਰਮੁਖਾਂ ਦੇ ਕੰਮ ਜਿਹੜੇ ਨੇ ਪੂਰਨ ਹੁੰਦੇ ਉਹਨਾਂ ਦੇ ਜਿਨ੍ਹਾਂ ਦੇ ਮੱਥੇ ਦੇ ਭਾਗ ਪ੍ਰਮਾਤਮਾ ਨੇ ਲਿਖੇ ਨੇ। ਧੁਰ ਤੋਂ ਜਿਨ੍ਹਾਂ ਨੇ ਦਾਤਾਂ ਲਿਖਵਾਈਆਂ ਉਹ ਪੂਰੇ ਹੋਏ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਆਓ ਸਾਰੇ ਮਿਲ ਕੇ ਅਰਦਾਸ ਕਰੀਏ। ਦਿਓ ਸਜਣਾ ਸੀਸੜੀਆਂ, ਜੋ ਐਸਾ ਸਿਉ ਮੇਲ। ਸਰਬ ਮਨੋਰਥ ਰਾਜ ਸੁਖ ਰਸ, ਸਾਧ ਖੁਸ਼ੀਆਂ ਕੀਰਤਨ ਜਪ ਨਾਮ। ਜਿਸਕੇ ਕਰਮ ਲਿਖਿਆ ਤੁਰ ਕਰਤਾ, ਨਾਨਕ ਜਨ ਕੈ ਪੂਰਨ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ ਜੀ। ਰਾਖੋ ਸਰਣਾ